ਇਹ ਗੱਲ ਕਹਿ ਸਕਦੇ ਹਾਂ ਕਿ ਉਹਦੇ ਜੀਵਨ ਦੇ ਸ਼ੋਭਾ ਪਾਟਰ ਜੇ ਨਾ ਆਉਂਦੀ, ਉਹ ਜਿਹੜੇ ਪੱਧਰ ਦੇ ਅੱਜ ਲੇਖ ਕੇ ਜਾਣੇ ਜਾਂਦੇ ਆ, ਪਛਾਣੇ ਜਾਂਦੇ, ਧੰਨਵਾਦ ਹੋ ਰਿਹਾ ਹੈ। ਇਹ ਸਭ ਕੁਝ ਹੋਣਾ ਤਾਂ ਸੀ, ਪਰ ਇਹਨਾਂ ਨਹੀਂ ਸੀ। ਕੀ ਬਾਤ। ਸਾਡਾ ਜਿਹੜਾ ਵੀ ਹੱਸਣ ਖੇਡਦਾ ਮਰਮਣਾ ਸ਼ੋਰ ਅਣਖੀ ਸਾਹਿਬ ਨਾਲ ਚੱਲੀ ਜਾਂਦੀ ਹੈ। ਅੱਛਾ ਜੀ। ਹਾਂ ਵੀ ਚੱਲੀ ਜਾਂਦੀ ਹੈ, ਬਿਲਕੁਲ ਠੀਕ ਚੱਲੀ ਜਾਂਦੀ ਹੈ। ਠੀਕ ਹੈ। ਅਸੀਂ ਉਹ ਹੱਸਦੇ ਖੇਡਦੇ। ਚੌਹਾਨ ਐਂਟਰਟੇਨਮੈਂਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਜੀਤ ਹਰਜੀਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਰਾਮ ਸਰੂਪ ਅਣਖੀ ਇੱਕ ਸਾਡਾ ਅਜਿਹਾ ਨਾਵਲਕਾਰ ਜਿਨ੍ਹਾਂ ਨੇ ਪੰਜਾਬੀ ਬੋਲੀ ਦੇ ਵਿੱਚ ਨਿੱਠ ਕੇ ਲਿਖਿਆ। ਪਿੰਡਾਂ ਦੀ ਭਾਸ਼ਾ, ਸੱਥਾਂ ਦੀ ਭਾਸ਼ਾ ਉਹਨਾਂ ਨੇ ਕਾਗਜ਼ਾਂ 'ਤੇ ਉਤਾਰੀ ਅਤੇ ਉਹ ਦੇਸ਼ਾਂ ਵਿਦੇਸ਼ਾਂ ਤੱਕ ਸਵੀਕਾਰੀ ਗਈ। ਉਹਨਾਂ ਦਾ ਜੀਵਨ ਕਿਵੇਂ ਉਗੜਾ ਦੁਗੜਾ ਰਿਹਾ, ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਸ਼੍ਰੀ ਬੂਟਾ ਸਿੰਘ ਚੌਹਾਨ ਜੀ ਨਾਲ। ਆਓ ਸਵਾਗਤ ਕਰਦੇ ਹਾਂ। ਚੌਹਾਨ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡਾ ਵੀ ਸ਼ੁਕਰੀਆ। ਚੌਹਾਨ ਸਾਹਿਬ, ਰਾਮ ਸਰੂਪ ਅਣਖੀ ਸਾਡਾ ਨਾਵਲਕਾਰ, ਉਹਨਾਂ ਦੇ ਜੀਵਨ 'ਚ ਉਗੜ ਦੁਗੜ ਦਾ ਕਾਰਨ ਕੀ ਰਿਹਾ? ਉਗੜ ਦੁਗੜ ਦਾ ਕਾਰਨ ਹਰਜੀਤ, ਇਹ ਜਿਹੜੇ ਸਮੇਂ ਦੇ ਵਿੱਚੋਂ ਪੈਦਾ ਹੋਏ, ਹਾਂਜੀ, ਉਹ ਸਮਾਂ ਇਸ ਤਰ੍ਹਾਂ ਦਾ ਸੀ ਕਿ ਉਸ ਵੇਲੇ ਮਾਪਿਆਂ ਦੀ ਸੋਚ ਹੁੰਦੀ ਸੀ ਕਿ ਉਹਨਾਂ ਦੇ ਬੱਚੇ ਦਾ ਵਿਆਹ ਹੋ ਜਾਏ। ਹਾਂਜੀ। ਇਹ ਮਾਪਿਆਂ ਨੂੰ ਕਾਹਲ ਸੀ। ਹਾਲਾਂਕਿ ਉਹਨਾਂ ਕੋਲੇ ਇੰਨੀ ਜ਼ਮੀਨ ਸੀ 50 ਏਕੜ ਦੇ ਕਰੀਬ। ਅੱਛਾ ਜੀ। ਉਹਨਾਂ ਨੂੰ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਠੀਕ ਹੈ। ਇੱਕ ਪਾਸੇ ਤਾਂ ਉਹਨਾਂ ਦੀ ਪਿਤਾ ਦੀ ਸੋਚ ਸੀ ਕਿ ਉਹਨਾਂ ਦਾ ਮੁੰਡਾ ਪੜ੍ਹੇ ਲਿਖੇ ਤੇ ਵੱਡਾ ਅਫਸਰ ਬਣੇ। ਹਾਂਜੀ। ਉਹਨਾਂ ਦਾ ਪਟਵਾਰੀਆਂ ਨਾਲ ਵਾਹ ਪੈਂਦਾ ਸੀ ਅਕਸਰ। ਉਹ ਚਾਹੁੰਦੇ ਸੀ ਕਿ ਉਹਨਾਂ ਦਾ ਪੁੱਤਰ ਪਟਵਾਰੀ ਬਣੇ ਵੱਡਾ ਹੋ ਕੇ। ਅੱਛਾ। ਇੱਕ ਪਾਸੇ ਪਰ ਜਿਹੜੇ ਵਿਆਹ ਦੀ ਕਾਹਲ ਕੀਤੀ, ਹਜੇ ਅਣਖੀ ਸਾਹਿਬ 5ਵੀਂ ਦੇ ਵਿੱਚ ਹੀ ਹੋਏ ਸੀ, ਉਦੋਂ ਉਹਨਾਂ ਦਾ ਵਿਆਹ ਕਰਤਾ। ਅੱਛਾ ਜੀ। ਇੱਕ ਮਾਮਦਪੁਰ ਪਿੰਡ ਹੈਗਾ ਬਲਾਡੇ ਕੋਲੇ, ਹਾਂਜੀ, ਉੱਥੇ ਉਹਨਾਂ ਦਾ ਰਿਸ਼ਤਾ ਹੋਇਆ। ਅੱਛਾ। ਹਾਂ, ਤੇ ਮਤਲਬ ਵਿਆਹ ਜਿਹੜਾ ਹੋਇਆ ਜਦੋਂ, ਉਦੋਂ ਉਮਰ 12 ਕੁ ਸਾਲ ਦੀ ਸੀ ਮਸਾਂ। ਅੱਛਾ ਜੀ। ਉਹਦੇ ਪਿੱਛੋਂ ਮੁਕਲਾਵਾ ਜਦੋਂ ਉਹਨਾਂ ਦਾ ਲਿਆਂਦਾ ਗਿਆ, ਉਦੋਂ ਅਜੇ 10ਵੀਂ ਵੀ ਨਹੀਂ ਸੀ ਕੀਤੀ ਇਹਨਾਂ ਨੇ। ਅੱਛਾ ਜੀ। ਹਾਂ, ਉਹ ਸਾਰੀਆਂ ਗੱਲਾਂ ਦੱਸਦੇ ਹੁੰਦੇ ਸੀਗੇ ਕਿ ਉਹ ਸੋਮਾ ਦੇਵੀ ਉਹਦਾ ਨਾਮ ਸੀ ਉਹਨਾਂ ਦੇ ਘਰ ਵਾਲੀ ਦਾ। ਹਾਂਜੀ। ਉਹਦਾ ਮੁਕਲਾਵਾ ਲਿਆਂਦਾ ਗਿਆ ਤੇ ਉਧਰੋਂ ਪੇਪਰਾਂ ਦੇ ਦਿਨ ਉਧਰੋਂ ਮਤਲਬ ਉਹਨਾਂ ਦੀ ਸ਼ਾਦੀ ਹੋਈ ਵੀ ਇਹ ਸਮਾਂ ਮਤਲਬ ਇਸ ਤਰ੍ਹਾਂ ਦਾ ਸੀ। ਅੱਛਾ। ਉਹ ਦੱਸਦੇ ਹੁੰਦੇ ਸੀ ਕਿ ਮੈਨੂੰ ਮਤਲਬ ਵਿਆਹ ਬਾਰੇ ਬਹੁਤਾ ਪਤਾ ਨਹੀਂ ਸੀ ਹੁੰਦਾ, ਉਹ ਸਮੇਂ ਇਸ ਤਰ੍ਹਾਂ ਦੇ ਸੀ। ਬਿਲਕੁਲ। ਅੱਜ ਦੇ ਸਮੇਂ ਨਾਲੋਂ ਬੜੇ ਭਿੰਨ ਭਿੰਨ ਸੀ। ਠੀਕ ਹੈ। ਹਾਂਜੀ ਹਾਂਜੀ। ਇਹ ਫਿਰ ਜਦੋਂ ਅੱਗੇ ਜਾ ਕੇ ਗੱਲ ਇਹ ਵਾਪਰੀ ਕਿ ਤਪਦਿਕ ਦੀ ਬਿਮਾਰੀ ਹਾਂਜੀ, ਉਦੋਂ ਬਹੁਤ ਹੁੰਦੀ ਸੀ। ਠੀਕ ਹੈ ਜੀ। ਅਕਸਰ ਮੌਤ ਮਤਲਬ ਇਲਾਜ ਨਾ ਹੋਣ ਕਾਰਨ ਮੌਤ ਹੋ ਜਾਂਦੀ ਸੀ। ਹਾਂਜੀ। ਹਾਂ, ਉਹਦੀ ਬੇੜੀ ਸੋਮਾ ਦੇਵੀ ਦੀ ਮੌਤ ਹੋਈ। ਅੱਛਾ। ਉੱਥੋਂ ਮਤਲਬ ਇਹਨਾਂ ਦੇ ਮਨ ਦੇ ਵਿੱਚ ਜਿਹੜੇ ਉਦਾਸੀ ਦੇ ਬੀਜ ਸੀਗੇ ਉਹ ਬੀਜੇ ਗਏ ਤੇ ਉਹਦੇ ਬਾਰੇ ਉਹ ਅਕਸਰ ਸੋਚਦੇ ਰਹਿੰਦੇ ਵੀ ਉਹਨੂੰ ਮਰਨਾ ਨਹੀਂ ਚਾਹੀਦਾ, ਇਹ ਕੀ ਹੋਇਆ, ਕਿਉਂ ਹੋ ਗਿਆ। ਇਸ ਤਰ੍ਹਾਂ ਮਤਲਬ ਜਿਹੜਾ ਪਹਿਲਾ ਵਿਆਹ ਸੀਗਾ ਉਹਦਾ ਉਹ ਅੰਤ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਹੋ ਗਿਆ ਵੀ ਉਹਨਾਂ ਦੇ ਕੋਈ ਬੱਚਾ ਹੈ ਨਹੀਂ ਸੀ। ਅੱਛਾ ਜੀ। ਹਾਂਜੀ ਹਾਂਜੀ। ਅਗਲਾ ਵਿਆਹ ਫਿਰ ਉਹਨਾਂ ਦਾ ਜੋਗੇ ਹੋਇਆ। ਹਾਂਜੀ। ਹਾਂ, ਉਹ ਬਹੁਤ ਵਧੀਆ ਖਾਨਦਾਨ ਸੀ। ਠੀਕ ਹੈ ਜੀ। ਤੇ ਉਸ ਖਾਨਦਾਨ ਦੀ ਇੱਕ ਔਰਤ ਭਾਗਵੰਤੀ ਨਾਲ ਉਹਨਾਂ ਦੀ ਸ਼ਾਦੀ ਹੋਈ। ਅੱਛਾ ਜੀ। ਹਾਂ, ਉਹ ਭਾਗਵੰਤੀ ਇੰਨੀ ਭਾਗਾਂ ਵਾਲੀ ਸੀ ਕਿ ਉਹ ਜਦੋਂ ਆਈ ਆ ਕੇ ਉਹਨਾਂ ਨੇ ਮਤਲਬ ਇੱਕ ਤਰ੍ਹਾਂ ਜਿਹੜੀ ਸੀਗੇ ਰੂਪ ਹੀ ਬਦਲਤਾ ਕਰਦਾ ਜੀ। ਅੱਛਾ ਜੀ। ਹਾਂ, ਸਾਰੀ ਕਬੀਲਦਾਰੀ ਆਪਣੇ ਹੱਥ 'ਚ ਲਈ, ਹਰ ਪੱਖ ਤੋਂ ਉਹਨੂੰ ਹੁਨਰ ਸੀ ਮਤਲਾਉਂਦਾ ਹੈ ਜੀ। ਪੂਰਨ ਕਬੀਲਦਾਰੀ ਸੰਭਾਲ ਕੇ ਜਿਹੜੀ ਹੈਗੀ ਉਹਨਾਂ ਨੇ ਬਸ ਅਣਖੀ ਸਾਹਿਬ ਨੂੰ ਇਹ ਕਿਹਾ ਕਿ ਤੁਸੀਂ ਲਿਖੋ। ਹਾਂਜੀ। ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹ ਅੱਛਾ ਜੀ। ਆਪ ਨਿਭਾਉਂਦੀ ਸੀ। ਉਹ ਹਰ ਪੱਖ ਤੋਂ ਇੱਕ ਤਰ੍ਹਾਂ ਦੀ ਉਹ ਨਿਪੁੰਨ ਔਰਤ ਸੀ। ਠੀਕ ਹੈ ਜੀ। ਹਾਂ, ਉਹਦੇ 4 ਬੱਚੇ ਹੋਏ, 2 ਲੜਕੀਆਂ ਤੇ 2 ਲੜਕੇ। ਠੀਕ ਹੈ। ਹਾਂ, ਜੀਵਨ ਵਧੀਆ ਲਿਖੇ ਉਹਨਾਂ ਤੁਰ ਪਿਆ ਸੀਗਾ। ਠੀਕ ਹੈ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜਾ ਸੀਗਾ ਇੱਕ ਤਰ੍ਹਾਂ ਦੀ ਪ੍ਰੌੜਤਾ ਜਿਹੜੀ ਆਉਣੀ ਸ਼ੁਰੂ ਹੋ ਗਈ। ਸ਼ੁਰੂਆਤੀ ਦੌਰ ਦੇ ਵਿੱਚ ਭਾਵੇਂ ਮਤਲਬ ਉਹਨਾਂ ਨੇ ਕਹਾਣੀਆਂ ਲਿਖੀਆਂ, ਉਹ ਵਧੀਆ ਮੈਗਜ਼ੀਨਾਂ ਭੇਤਲੜੀ ਵਗੈਰਾ ਹੋਰਾਂ ਵਿੱਚ ਹੀ ਛਪਦੀਆਂ ਰਹੀਆਂ। ਪਰ ਜਿਸ ਤਰ੍ਹਾਂ ਦੇ ਹੋਰ ਕਹਾਣੀਕਾਰ ਲਿਖ ਰਹੇ ਸੀ, ਉਸ ਕਹਾਣੀ ਤੋਂ ਉਹਨਾਂ ਦੀਆਂ ਕਹਾਣੀਆਂ ਨੀਵੀਆਂ ਸੀ, ਪਰ ਮਿਹਨਤ ਜਿਹੜੀ ਸੀ ਉਹ ਇਹਨਾਂ ਦੀ ਵੱਡੀ ਹੁੰਦੀ ਸੀ। ਠੀਕ ਹੈ। ਉਹ ਹਮੇਸ਼ਾ ਗੱਲਾਂ ਕਰਦੇ ਹੁੰਦੇ ਸੀ ਕਿ ਆਦਮੀ ਦੇ ਵਿੱਚ 100% ਤਾਂ ਜਿਹੜੀ ਹੁੰਦੀ ਹੈਗੀ ਕਲਾ। ਹਾਂਜੀ। ਹਾਂ, ਅਭਿਆਸ ਵੀ 100% ਚਾਹੀਦਾ। ਕੀ ਬਾਤ, ਵੱਡੀ ਗੱਲ। ਅਭਿਆਸ ਵੀ ਹੋਵੇ ਤੇ ਮਨੁੱਖ ਦੇ 'ਚ ਟੈਲੈਂਟ ਹੋਵੇ, ਉਸ ਦੇ ਸਿਰ ਤੇ ਹੀ ਬੰਦਾ ਮਤਲਬ ਵੱਡਾ ਲੇਖਕ ਬਣ ਸਕਦਾ ਹੈ। ਇਸ ਗੱਲ ਤੇ ਉਹਨਾਂ ਨੇ ਮਤਲਬ ਆਪਦੇ ਵੱਲੋਂ ਪਹਿਰਾ ਵੀ ਦਿੱਤਾ। ਹਾਂ, ਉਹਦੇ ਵਿੱਚ ਮਤਲਬ ਜਿਹੜੀ ਵੱਡੀ ਗੱਲ ਇਹ ਸੀ ਵੀ ਜਦੋਂ ਕਿ ਉਹ ਇਹਦਾ ਨਾਵਲ ਵੀ ਆਇਆ, ਪਹਿਲਾਂ ਲਿਖਿਆ ਗਿਆ ਉਹ ਤੋਂ ਬਾਅਦ ਹੌਲੀ ਹੌਲੀ ਸੁਧਾਰ ਕੇ ਜਿਹੜਾ ਨਾਵਲ ਉਹ ਛਪਿਆ ਵੀ ਉਦੋਂ ਪਿੱਛੋਂ। ਪਰ ਇਹਨਾਂ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਗੱਲਬਾਤ ਹੋਈ, ਅਚਾਨਕ ਕੋਈ ਜਿਹੜੀ ਸਿਰ ਦੀ ਬਿਮਾਰੀ ਸੀ, ਉਸ ਬਿਮਾਰੀ ਨਾਲ ਜਿਹੜੀ ਭਾਗਵੰਤੀ ਨੂੰ ਮਤਲਬ ਪਟਿਆਲੇ ਇਲਾਜ ਕਰਵਾਉਣਾ ਪਿਆ
ਇਲਾਜ ਤੇ ਬਹੁਤ ਖਰਚਾ ਹੋਇਆ। ਅੱਛਾ ਜੀ। ਇਲਾਜ ਦੇ ਦਿਨਾਂ ਦਾ ਤਾਂ ਉਹ ਜ਼ਿਕਰ ਇਸ ਤੱਕ ਵੀ ਕਰਦੇ ਹੁੰਦੇ ਸੀ ਕਿ ਵੀ ਉਹਨਾਂ ਨੇ ਆਪਦਾ ਅਸਰ ਸੂਗ ਵਰਕੇ ਜਿਹੜਾ ਭਾਸ਼ਾ ਭਾਗ ਤੋਂ ਅਨੁਵਾਦ ਦਾ ਕੰਮ ਲਿਆ। ਅਨੁਵਾਦ ਦਾ ਕੰਮ ਜਿਹੜਾ ਪਿੱਛੋਂ ਕਰਕੇ ਦਿੱਤਾ ਉਹ। ਅੱਛਾ ਜੀ। ਹਾਂ, ਉਹ 5,000 ਰੁਪਏ ਦਾ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਸੀ ਅਨੁਵਾਦ ਦਾ ਕੰਮ ਲਿਆ। ਉਦੋਂ ਜਿਹੜੇ ਆਉਣ ਵਾਲੇ ਦਿਨ ਸੀ ਉਹ ਬਹੁਤ ਬੁਰੇ ਦਿਨ ਰਹੇ ਉਹਨਾਂ ਦੇ। ਅੱਛਾ ਜੀ। ਉਹਨਾਂ ਦਿਨਾਂ ਦੇ ਵਿੱਚ ਤਾਂ ਅਨੁਵਾਦ ਦਾ ਕੰਮ ਸਿਰੇ ਚੜ੍ਹਦੇ। ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜੀ ਸੀਗੀ ਭਾਗਵੰਤੀ ਦੀ ਮੌਤ ਹੋ ਗਈ। ਅੱਛਾ ਜੀ, ਉਹ ਵੀ ਚੱਲ ਗਿਆ। ਹਾਂ, ਉੱਪਰੋਂ ਥੋੜੀ ਬੱਚੇ ਹੋਏ ਵੀ 4 ਉਹਨਾਂ ਦੇ। ਅੱਛਾ ਜੀ। ਹਾਂ, ਉਹ 4 ਬੱਚੇ ਪਿੰਡ ਸੀ, ਭਾਵੇਂ ਹਜੇ ਆਪ ਵੀ ਪਿੰਡ ਸੀ। ਉਹਨਾਂ ਨੂੰ ਇਹ ਚਿੰਤਾ ਖਾਂ ਸੀ ਹੁਣ ਕੀ ਬਣੂਗਾ। ਅੱਛਾ ਜੀ। ਉਹਦੇ ਵਿੱਚ ਪਰ ਜਿਹੜਾ ਵੀ ਉਹਨਾਂ ਤੋਂ ਇੱਕ ਫੈਸਲਾ ਜ਼ਿੰਦਗੀ ਦਾ ਉਹਨਾਂ ਨੇ ਆਪਦੇ ਪਰਿਵਾਰ ਲਈ ਉਹ ਕੀਤਾ ਸੀਗਾ। ਆਪਦੀ ਸਾਲੇ ਦੀ ਲੜਕੀ ਦਾ ਰਿਸ਼ਤਾ ਆਪਦੇ ਛੋਟੇ ਭਰਾ ਨੂੰ ਉਹ ਲੈ ਆਏ ਸੀ। ਠੀਕ ਹੈ ਜੀ। ਇਸ ਤਰ੍ਹਾਂ ਦੇ ਰਿਸ਼ਤੇ ਪਿੰਡਾਂ 'ਚ ਹੋ ਜਾਂਦੇ ਨੇ। ਠੀਕ ਹੈ। ਵੀ ਉਹ ਜਦੋਂ ਆਪਦੇ ਬੱਚੇ ਵੀ ਉਹਨਾਂ ਨੇ ਸਾਹਮਣੇ, ਅਣਖੀ ਸਾਹਿਬ ਦੇ 4 ਬੱਚੇ ਉਹਨਾਂ ਨੇ ਸਾਂਭੇ, ਮਤਲਬ ਆਪਦੇ ਬੱਚੇ ਜਾਣ ਕੇ ਸਾਂਭੇ। ਪਰੰਪਰਾਵਾਦੀ ਰਿਸ਼ਤੇ ਪਹਿਲਾਂ ਨਿਭਦੇ ਬਹੁਤ ਸੀ, ਠੀਕ ਹੈ ਜੀ। ਔਖ ਨਹੀਂ ਸੀ ਮੰਨਦੇ। ਉਹਨਾਂ ਮੂਹਰੇ ਫਰਜ਼ ਵੱਡੇ ਹੁੰਦੇ ਸੀਗੇ। ਕਿਆ ਬਾਤ। ਉਹਨਾਂ ਮੂਹਰੇ ਜਿਹੜੇ ਨਿੱਜੀ ਮਫਾਦ ਜਿਹੜੇ ਹੁੰਦੇ ਸੀ ਆਪਦੇ, ਉਹਨਾਂ ਨੂੰ ਨਹੀਂ ਸੀ ਲੋਕ ਪਹਿਲ ਦਿੰਦੇ। ਇਹੀ ਪਰੰਪਰਾਵਾਦੀ ਜਿਹੜੀਆਂ ਸਾਡੀਆਂ ਮਤਲਬ ਸੀ ਉਹ ਸੋਚਾਂ ਉਹਨਾਂ ਨੂੰ ਖੋਰਾ ਬਹੁਤ ਲੱਗਿਆ। ਉਸ ਮਤਲਬ ਔਰਤ ਨੇ ਇਹਨਾਂ ਬੱਚਿਆਂ ਨੂੰ ਸਾਂਭਿਆ ਕਿ ਇੱਥੋਂ ਤੱਕ ਇਹਦੀ ਵੱਡੀ ਲੜਕੀ ਸੀ ਉਹ ਅਨਨੋਰਮਲ ਸੀ। ਅੱਛਾ ਜੀ। ਉਹਨੂੰ ਬਹੁਤੀ ਸੋਝੀ ਨਹੀਂ ਸੀ। ਉਹ ਸਰੀਰਕ ਪੱਖੋਂ ਪੂਰਾ ਵਿਕਾਸ ਕਰ ਗਈ ਸੀ ਉਂਝ, ਪਰ ਜਿਹੜੇ ਬੱਚੇ ਵਰਗੇ ਹੀ ਮਤਲਬ ਉਹਦਾ ਸੁਭਾਅ ਸੀਗਾ। ਅੱਛਾ ਜੀ। ਉਹਨੂੰ ਵੀ ਉਹਨੇ ਸੰਭਾਲਿਆ। ਅੱਛਾ ਜੀ। ਉਹਨੂੰ ਵੀ ਸੰਭਾਲਿਆ ਤੇ ਇਹਦੀ ਇੱਕ ਹੋਰ ਲੜਕੀ ਸੀ, ਇੱਕ ਲੜਕਾ ਸਨੇਹਪਾਲ ਜਿਹੜਾ, ਹਾਂਜੀ। ਉਹ ਵੀ ਵਿਚਾਰਾ ਵੀਰਾਨਗੀ ਦੇ ਵਿੱਚ ਪਲਿਆ ਹੈ ਜੀ। ਇੱਕ ਲੜਕਾ ਜਿਹੜਾ ਕ੍ਰਾਂਤੀਪਾਲ ਸੀ, ਇਹ ਉਹ ਇਹਨਾਂ ਨਾਲ ਸ਼ਹਿਰ ਦੇ ਵਿੱਚ ਰਹਿਣ ਲੱਗਾ। ਲੜਕੀ ਵੀ ਉਹਨਾਂ ਦੀ ਆਰਤੀ ਜਿਹੜੀ ਸੀ ਉਹ ਵੀ ਨਾਲ ਬਰਨਾਲੇ ਰਹਿਣ ਲੱਗੀ। ਇਸ ਤਰ੍ਹਾਂ ਦਾ ਜੀਵਨ ਮਤਲਬ ਇੰਨੇ ਦੁੱਖਾਂ ਭਰਿਆ ਜੀਵਨ ਸੀ ਉਹ। ਇੱਕ ਪਾਸੇ ਪਰਿਵਾਰ ਦਾ ਖਲਾਰਾ, ਇੱਕ ਪਾਸੇ ਮਤਲਬ ਆਪਦੇ ਭਵਿੱਖ ਦੀ ਚਿੰਤਾ। ਤੇ ਇਹ ਸੀ ਆਪਦੇ ਬਾਰੇ ਉਹਨਾਂ ਨੇ ਮੈਨੂੰ ਹਮੇਸ਼ਾ ਕਹਿਣਾ ਕਿ ਵੀ ਅਨੇਕਾੜੇ ਰਿਸ਼ਤੇਦਾਰ ਸੀ, ਜਾੜੇ ਮਿੱਤਰ ਸੀ, ਇਹੀ ਸੀ। ਉਹਨਾਂ ਨੇ ਮੈਨੂੰ ਇਹੀ ਰਾਏ ਦੇਣੀ ਕਿ ਅਣਖੀ ਮੁੰਡਾ ਵਿਆਹ ਲੈ, ਰੋਟੀ ਟੁੱਕ ਦਾ ਤੇਰਾ ਮਤਲਬ ਜਿਹੜਾ ਹੈਗਾ ਵੀ ਜਿਹੜੀ ਔਕੜ ਭਰਦਾ ਵੀ ਹੈ ਕੰਮ ਉਹ ਚੱਲਦਾ ਹੋ ਜਾਣਾ। ਉਹਦੇ ਵਿੱਚ ਫਿਰ ਮੈਨੂੰ ਉਹ ਇੱਥੋਂ ਤੱਕ ਵੀ ਕਹਿੰਦੇ ਸੀ, ਕਹਿੰਦਾ ਲੋਕ ਹੁਣ ਕਹਿ ਦਿੰਦੇ ਸੀ। ਹਾਂਜੀ। ਸਮਾਜਿਕ ਤੌਰ ਤੇ ਸਾਰੀਆਂ ਗੱਲਾਂ ਸੁਣਨੀਆਂ ਪੈਂਦੀਆਂ। ਹਾਂਜੀ। ਉਹਨਾਂ ਨੂੰ ਜਵਾਬ ਵੀ ਨਹੀਂ ਦਿੱਤਾ ਜਾਂਦਾ। ਹਾਂਜੀ। ਆਪਦਾ ਮਨ ਦੁਖੀ ਹੁੰਦਾ ਤੇ ਇਸ ਤਰ੍ਹਾਂ ਦਾ ਹੀ ਹੁੰਦਾ ਕਿ ਉੱਚਾ ਨੀਵਾਂ ਬੋਲਿਆ ਜਾਂਦਾ। ਉਹਦੀਆਂ ਗੱਲਾਂ ਫੇਰ ਤੁਰਦੀਆਂ ਤੇ ਅਸਲ 'ਚ ਕਹਿੰਦਾ ਮੈਂ ਉਹ ਸੋਚਦਾ ਸੀ ਕਿ ਜੇ ਮੈਂ ਮੁੰਡਾ ਵਿਆਹ ਲਿਆ, ਹਾਂਜੀ, ਆਲਾ ਦੁਆਲਾ ਕੀ ਕਹੂ। ਆਲੇ ਦੁਆਲੇ ਨੇ ਆਪਦੀ ਨਫ਼ਰਤ ਜਿਹੜੀ ਹੈ ਕਿਸੇ ਨਾ ਕਿਸੇ ਰਾਹੀਂ ਤੁਹਾਡੀ ਕੱਢਣੀ ਹੁੰਦੀ ਹੈਗੀ ਵੀ ਹਾਂਜੀ। ਤੇ ਉਹ ਇਹ ਵੀ ਕਹਿੰਦੇ ਹੁੰਦੇ ਸੀ ਕਿ ਜੇ ਮੈਂ ਮੁੰਡੇ ਨੂੰ ਵਿਆਹ ਲੈਂਦਾ, ਉਹ ਵਿਆਹ ਤਾਂ ਫਿਰ ਮੇਰੇ ਮੁੰਡੇ ਦਾ ਹੋਣਾ ਸੀ, ਮੇਰਾ ਵਿਆਹ ਤਾਂ ਨਹੀਂ ਸੀ ਹੋਣਾ। ਇੱਥੋਂ ਤੱਕ ਵੀ ਉਹ ਦਲੀਲ ਦਿੰਦੇ ਹੁੰਦੇ ਸੀ ਕਿ ਜਿਹੜੇ ਔਰਤ ਦਾ ਸਾਥ ਜਿਹੜਾ ਹੈਗਾ ਆਦਮੀ ਨੂੰ ਹੋਣਾ ਚਾਹੀਦਾ ਤੇ ਆਦਮੀ ਨੂੰ ਔਰਤ ਦਾ ਸਾਥ ਮਿਲਣਾ ਚਾਹੀਦਾ, ਇੱਕ ਦੂਜੇ ਦੇ ਪੂਰਕ। ਹਾਂ, ਉਹ ਰਿਗਵੇਦ ਦੀ ਉਦਾਹਰਨ ਦਿੰਦੇ ਹੁੰਦੇ ਸੀ ਕਿ ਰਿਗਵੇਦ ਦੇ ਵਿੱਚ ਲਿਖਿਆ ਹੋਇਆ ਹੈ ਵੀ ਹਰ ਜੀਵ, ਹਰ ਜਿਹੜਾ ਮਨੁੱਖ ਹੈ ਉਹਨੂੰ ਸਮੇਂ ਸਿਰ ਰੋਟੀ ਮਿਲਣੀ ਚਾਹੀਦੀ ਹੈ। ਹਾਂਜੀ। ਉਹਦੀ ਇੱਛਾ ਦੇ ਅਨੁਸਾਰ ਵਿਰੋਧੀ ਲਿੰਗ ਦਾ ਜਿਹੜਾ ਉਹਨੂੰ ਸਾਥ ਮਿਲਣਾ ਚਾਹੀਦਾ ਹੈ। ਇਹ ਤੋਂ ਬਿਨਾਂ ਜੀਵਨ ਅਧੂਰਾ ਹੈ। ਹਾਂ, ਇਹ ਤੋਂ ਬਿਨਾਂ ਸੰਨਿਆਸੀ ਪ੍ਰਥਾ ਦੇ ਉਹ ਬਹੁਤ ਉਲਟ ਸੀ। ਠੀਕ ਹੈ। ਉਹ ਕਹਿੰਦੇ ਸੀਗੇ ਜੋ ਗੱਲਾਂ ਸਾਨੂੰ ਚਾਹੀਆਂ ਜਾ ਰਹੀਆਂ ਉਹਦਾ ਸੱਚ ਹੋਰ ਹੈ, ਆਖਿਆ ਹੋਰ ਜਾ ਰਿਹਾ, ਪ੍ਰਚਾਰਿਆ ਹੋਰ ਜਾ ਰਿਹਾ, ਪਰ ਜੋ ਜੀਵਨ ਦਾ ਸੱਚ ਹੈ ਉਹ ਹੋਰ ਹੈ। ਉਹਨਾਂ ਦਿਨਾਂ ਦੀ ਗੱਲ ਹੈ ਕਿ ਜੀ ਇਹਨਾਂ ਨੇ ਜਿਹੜੀਆਂ ਰਚਨਾਵਾਂ ਲਿਖੀਆਂ, 5-7 ਕਹਾਣੀਆਂ ਵੀ ਨੇ, ਇੱਕ ਨਾਵਲ ਕੱਖਾਂ ਖਾਨੇ ਦੇ ਪੁੱਲ, ਉਹਨਾਂ ਦੇ ਵਿੱਚ ਭਾਵੇਂ ਉਹ ਰੌਚਕਤਾ ਜਿਹੜੀ ਲਿਖਣ ਦੀ ਸੀ ਉਹ ਹਮੇਸ਼ਾ ਬਣਾਈ ਰੱਖਦੇ ਸੀ। ਇਹਦੇ ਉਲਟ ਪਰ ਜਿਹੜੇ ਵਿਸ਼ੇ ਸੀਗੇ ਉਹ ਮਤਲਬ ਔਰਤ ਤੇ ਕੇਂਦਰਿਤ ਹੋ ਕੇ ਰਹੇ। ਔਰਤ ਪ੍ਰਤੀ ਜਿਹੜੀ ਇੱਛਾ ਸੀਗੀ ਉਹਨਾਂ ਕਹਾਣੀਆਂ ਦੇ ਵਿੱਚੋਂ ਜ਼ਾਹਰ ਹੁੰਦੀ ਸੀ। ਠੀਕ ਹੈ। ਹਾਂ, ਇਹ ਇੱਛਾ ਉਹਨਾਂ ਦੇ ਨਾਵਲ ਦੇ ਵਿੱਚ ਵੀ ਜਿਹੜੀ ਸੀਗੀ ਉਹ ਵੀ ਪਰਵ ਰਹੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੀਆਂ ਰਚਨਾਵਾਂ ਲੋਕ ਪੜ੍ਹਦੇ ਸੀਗੇ, ਉਹਨਾਂ ਦੀਆਂ ਰਚਨਾਵਾਂ ਵਿਕਦੀਆਂ ਵੀ ਸੀ, ਕਿਤਾਬਾਂ ਛਪਦੀਆਂ ਸੀਗੀਆਂ ਵੀ, ਪਰ ਸਾਹਿਤਕ ਤੌਰ ਤੇ ਉਹਨਾਂ ਦਾ ਮੁੱਲ ਘਟ ਰਿਹਾ ਸੀ। ਠੀਕ ਹੈ। ਉਹ ਘਟਦੇ ਮੁੱਲ ਦਾ ਉਹਨਾਂ ਨੂੰ ਅਹਿਸਾਸ ਸੀ ਜਾਂ ਨਹੀਂ ਸੀ, ਹੈ ਜੀ, ਇਹ ਵੱਖਰੀ ਗੱਲ ਹੈ ਵੀ। ਉਂਝ ਪਰ ਮੈਨੂੰ ਇੱਕ ਗੱਲ ਦੱਸਦੇ ਹੁੰਦੇ ਸੀ ਕਿ ਉਹਨਾਂ ਦੀ ਇੱਕ ਜਿਹੜੀ ਆਤਮਿਕ ਤੌਰ ਤੇ ਸਾਂਝ ਜਿਹੜੀ ਸੀਗੀ ਵੀ ਇੱਕ ਔਰਤ ਨਾਲ ਹੋਈ। ਉਹ ਮਤਲਬ ਔਰਤ ਦੇ ਪਿੱਛੋਂ ਜਦੋਂ ਇਹਨਾਂ ਨੇ ਵਿਆਹ ਦੀ ਇੱਛਾ ਜ਼ਾਹਰ ਕੀਤੀ, ਉਹ ਫਿਰ ਔਰਤ ਨੇ ਉਹਨਾਂ ਨੂੰ ਕਿਹਾ ਵੀ ਅਣਖੀ ਸਾਹਿਬ ਮੈਂ ਤੁਹਾਡੀ ਕਦਰਦਾਨ ਹਾਂ, ਅਸਲ 'ਚ ਮੈਂ ਤੁਹਾਨੂੰ ਨਾ ਹਮਦਰਦੀ ਕਰਦੀ ਹਾਂ, ਮੈਂ ਇਸ ਵੇਲੇ ਪਿਆਰ ਨਹੀਂ, ਆਪਣੀ ਉਮਰ ਦਾ ਬਹੁਤ ਫਰਕ ਹੈ। ਅੱਛਾ। ਉਹ ਗੱਲਾਂ ਜਦੋਂ ਮੈਂ ਦੱਸਦੇ ਹੁੰਦੇ ਸੀ ਤਾਂ ਉਹ ਕਹਿੰਦਾ ਬੂਟੇ ਮੈਨੂੰ ਉਸ ਦਿਨ ਪਤਾ ਲੱਗਿਆ ਵੀ ਹਮਦਰਦੀ ਹੋਰ ਹੁੰਦੀ ਹੈ, ਪਿਆਰ ਹੋਰ ਹੁੰਦੀ ਹੈ। ਅਸੀਂ ਲੋਕ ਜਿਹੜੇ ਇਸ ਗੱਲ ਨੂੰ ਇੱਕੋ ਸਮਝਦੇ ਹਾਂ। ਅੱਧੇ ਜਿਹੜੇ ਲੋਕ ਤੁਹਾਡੀ ਵੀ ਇੱਜ਼ਤ ਕਰਦੇ ਆ ਉਹ ਕਿਸੇ ਜੀਵਨ ਦੇ ਚੰਗੇ ਪੱਖ ਨੂੰ ਕਰਦੇ ਆ, ਪਰ ਅਸੀਂ ਜਿਹੜੀ ਆਪਦੀ ਲੋੜ ਮੁਤਾਬਕ
ਕਿ ਜਾਂ ਆਪਦੀ ਸੋਚ ਦੇ ਮੁਤਾਬਕ ਵਰਤ ਲੈਂਦੇ। ਉਹਨੂੰ ਗਲਤ ਰੰਗ ਲੈ ਲੈਣੇ ਤੇ ਇਸ ਗੱਲ ਤੇ ਉੱਤੇ ਵੀ ਉਹਨਾਂ ਨੇ ਸਾਰੀ ਹੁਣ ਪਹਿਰਾ ਵੀ ਦਿੱਤਾ। ਇਹਨੇ ਸਥਿਰ ਰਹਿ ਕੇ ਕਿਤੇ ਉਹ ਗੱਲ ਫੇਰ ਨਾ ਹੋ ਜੇ, ਉਹ ਗੱਲ ਫੇਰ ਨਾ ਹੋ ਜੇ। ਹਰ ਵੇਲੇ ਇਸ ਪੱਖੋਂ ਸਤਰਕ ਰਹਿੰਦੇ। ਮਧਰੋਂ ਹੱਥ ਜੋੜ ਕੇ ਪੰਸਤ ਨੂੰ ਕਹਿੰਦੇ ਠੀਕ ਹੈ ਭਾਈ ਵੀ ਤੂੰ ਰਚਨਾਵਾਂ ਪੜ੍ਹਦੀਆਂ ਮੇਰੀਆਂ, ਹੋਰ ਪੜ੍ਹਿਆ ਕਰੋ, ਹੋਰਾਂ ਲੇਖਕਾਂ ਨੂੰ ਪੜ੍ਹਿਆ ਕਰੋ। ਬਿਲਕੁਲ ਜੌਨ ਸਾਹਿਬ, ਭਗਵੰਤੀ ਦੀ ਮੌਤ ਨੇ ਜੇ ਲਾ ਲਓ ਵੀ ਉਹਨਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ, ਮਾਨਸਿਕ ਪੱਖੋਂ ਵੀ ਤੇ ਆਰਥਿਕ ਪੱਖੋਂ। ਹਾਂਜੀ ਹਾਂਜੀ। ਉਸ ਤੋਂ ਬਾਅਦ ਇੱਕ ਸ਼ੋਭਾ ਪਾਟਿਲ ਦਾ ਜ਼ਿਕਰ ਆਉਂਦਾ ਉਹਨਾਂ ਦੇ ਜੀਵਨ 'ਚ, ਉਹਨਾਂ ਨਾਲ ਕਿਸ ਤਰ੍ਹਾਂ ਸੰਪਰਕ ਹੋਇਆ? ਉਹ ਸ਼ੋਭਾ ਪਾਟਿਲ ਦਾ ਇਹ ਹਿੰਦੀ ਦਾ ਇੱਕ ਪੇਪਰ ਸੀ ਸਾਰਕਾ। ਅੱਛਾ ਜੀ। ਅੱਜ ਜਿਵੇਂ ਹਰ ਘਰ ਦੇ ਵਿੱਚ ਇੰਡੀਆ ਟੂਡੇ ਆਉਂਦਾ, ਹਾਂਜੀ। ਹਰ ਅਮੀਰ ਘਰ ਦੇ ਵਿੱਚ ਜਿਹੜਾ ਸੀ ਸਾਰਕਾ ਪੇਪਰ ਆਉਂਦਾ ਸੀ। ਅੱਛਾ ਜੀ। ਹਾਂਜੀ। ਉਹਦੇ ਵਿੱਚ ਲੇਖਕਾਂ ਵੱਲੋਂ ਜਿਹੜੀ ਆਪਦੀ ਜ਼ਿੰਦਗੀ ਦੇ ਬੁਰੇ ਦਿਨ ਹੁੰਦੇ ਸੀਗੇ, ਹਾਂਜੀ। ਉਹਨਾਂ ਬਾਰੇ ਇੱਕ ਫੀਚਰ ਚੱਲਦਾ ਸੀ। ਠੀਕ ਹੈ ਜੀ। ਉਹ ਫਿਰ ਜਦੋਂ ਅਣਖੀ ਸਾਹਿਬ ਨੇ ਵੀ ਆਪਦੇ ਬਾਰੇ ਲਿਖ ਕੇ ਭੇਜਿਆ, ਜੋ ਹਾਂਜੀ। ਭੋਗ ਰਹੇ ਸੀਗੇ ਹਾਂਜੀ। ਉਹ ਲਿਖ ਕੇ ਭੇਜਿਆ। ਠੀਕ ਹੈ ਜੀ। ਉਹ ਪਰਚਾ ਹਿੰਦੁਸਤਾਨ ਦਾ ਪੇਪਰ ਸੀ, ਇਕੱਲੇ ਪੰਜਾਬ ਜਾਂ ਦਿੱਲੀ ਦਾ ਪੇਪਰ ਨਹੀਂ ਸੀ। ਲੱਖਾਂ ਦੀ ਛਾਪ ਜਿਹੜੀ ਉਹਦੀ ਛਪਦੀ ਸੀ, ਇਸ਼ਤਿਹਾਰਾਂ ਦੇ ਰੇਟ ਬਹੁਤ ਜ਼ਿਆਦਾ ਸੀ ਉਹਦੇ, ਠੀਕ ਮਤਲਬ ਹੈ। ਬਹੁਤ ਵੱਡਾ ਪੇਪਰ ਸੀ। ਠੀਕ ਹੈ। ਉਹਦੀ ਰੈਲਟੀ ਜਿਹੜੀ ਸੀਗੀ ਇੱਕ ਆਰਟੀਕਲ ਦੀ ਲਿਖਣ ਦੇ ਮੁਤਾਬਕ ਆਪਣੇ ਜੇ ਪੈਸਿਆਂ 'ਚ ਮਿਲਦੀ ਸੀ, ਉਹਨਾਂ ਦੀ ਉਹਨਾਂ ਦਿਨਾਂ ਦੇ ਵਿੱਚ ਵੀ 100 ਦੇ ਵਿੱਚ ਰੈਲਟੀ ਕੀ ਬਾਤ ਆਉਂਦੀ ਸੀ ਪੇਪਰ ਵਿੱਚ। ਉਹ ਫਿਰ ਜਦੋਂ ਉਹ ਆਰਟੀਕਲ ਛਪਿਆ ਤਾਂ ਗੁਜਰਾਤ ਦੀ ਇੱਕ ਲੜਕੀ ਸੀ ਸ਼ੋਭਾ ਪਾਟਿਲ। ਠੀਕ ਹੈ ਜੀ। ਹਾਂ। ਤੇ ਸ਼ੋਭਾ ਪਾਟਿਲ ਸੀ ਇੱਕ ਉੱਚੇ ਖਾਨਦਾਨ ਦੇ ਵਿੱਚੋਂ ਸੀ ਉਹ ਵੀ। ਉਹਦੇ ਪਿਤਾ ਜੀ ਰੇਲਵੇ ਦੇ ਵਿੱਚ ਵੱਡੇ ਮੁਲਾਜ਼ਮ ਲੱਗੇ ਹੋਏ ਸੀਗੇ। ਅੱਛਾ ਜੀ। ਉਹ ਸ਼ੋਭਾ ਪਾਟਿਲ ਦਾ ਸੁਭਾਅ ਇਹ ਸੀ ਕਿ ਉਹਨੂੰ ਪੜ੍ਹਨ ਦੀ ਬਹੁਤ ਆਸ ਸੀ। ਠੀਕ ਹੈ ਜੀ। ਹਾਂ। ਸਕੂਲ ਪੱਧਰ ਦੀ ਪੜ੍ਹਾਈ ਕੀਤੀ ਵੀ ਸੀ, ਹਿੰਦੀ ਬਹੁਤ ਵਧੀਆ ਬੋਲਦੇ ਸੀ ਉਹ। ਇਸ ਤਰ੍ਹਾਂ ਮੈਂ ਜਦੋਂ ਉਹ ਸੀ ਤਾਂ ਫਿਰ ਉਹਨੇ ਚਿੱਠੀ ਲਿਖੀ। ਉਹਦਾ ਮਤਲਬ ਸ਼ੋਭਾ ਪਾਟਿਲ ਦਾ ਇਹ ਸੀ ਕਿ ਉਹਦੀਆਂ ਛੋਟੀਆਂ ਭੈਣਾਂ ਵਿਆਹੀਆਂ ਗਈਆਂ ਸੀ। ਅੱਛਾ ਜੀ। ਉਹਨੇ ਵਿਆਹ ਨੂੰ ਜਵਾਬ ਦਿੱਤਾ ਸੀ ਕਿ ਮੈਂ ਵਿਆਹ ਨਹੀਂ ਕਰਵਾਉਣਾ। ਅੱਛਾ ਜੀ। ਹਾਂ। ਉਹਦੇ ਵਿੱਚ ਕੋਈ ਮਨ ਦੀ ਗੱਲ ਹੋਣੀ ਹੈ, ਕੋਈ ਠੀਕ ਹੈ। ਸ਼ੁਕੜ ਉਹਦਾ ਹੋਣਾ। ਕੁਛ ਵੀ ਹੋ ਸਕਦਾ। ਹਾਂ। ਉਹਨੇ ਫਿਰ ਚਿੱਠੀ ਲਿਖੀ ਕਿ ਮੈਂ ਤੁਹਾਡੇ ਬੱਚਿਆਂ ਦੀ ਮਾਂ ਬਣਨਾ ਚਾਹੁੰਦੀ ਹਾਂ। ਅੱਛਾ ਜੀ। ਹਾਂ ਹਾਂ। ਇੱਛਾ ਜ਼ਾਹਰ ਕੀਤੀ। ਇਹਨਾਂ ਨੇ ਬਥੇਰਾ ਲਿਖਿਆ ਕਿ ਇਹ ਫੈਸਲੇ ਜਿਹੜੇ ਜਲਦਬਾਜ਼ੀ 'ਚ ਹੋ ਜਾਂਦੇ ਆ, ਇਹ ਨਿਭਾਉਣੇ ਬਹੁਤ ਔਖੇ ਹੁੰਦੇ ਆ। 4 ਮੇਰੇ ਬੱਚੇ ਹੈ ਵੀ, ਉਹ ਜਿਹੜੇ 4 ਬੱਚਿਆਂ ਦੇ ਵਿੱਚ ਤੇ ਇੱਥੋਂ ਕੱਟਿਆ ਨਹੀਂ ਜਾਣਾ, ਤੁਸੀਂ ਇਸ ਤੇ ਜਿੱਦ ਨਾ ਕਰੋ। ਹਾਂਜੀ। ਹਾਂ। ਉਹਨੇ ਫਿਰ ਕਿਹਾ ਵੀ ਨਹੀਂ, ਇੱਕ ਵਾਰੀ ਤੁਸੀਂ ਆਓ ਇੱਥੇ। ਅੱਛਾ ਜੀ। ਹਾਂ। ਇਹ ਕਈ ਵਾਰੀ ਫਿਰ ਆਉਣ ਬਾਰੇ ਸੋਚਦੇ ਰਹੇ, ਮੈਂ ਜਾਵਾਂ ਜਾਂ ਨਾ ਜਾਵਾਂ। ਫਿਰ ਅੰਤ ਜਦੋਂ ਜੀਵਨ ਦੀ ਲੋੜ ਸੀ, ਸੁੰਨਾਪਣ ਸੀ, ਹਾਂਜੀ। ਉਹ ਉਹਨਾਂ ਨੂੰ ਉੱਥੇ ਲੈ ਗਿਆ। ਖਿੱਚ ਲੈ ਗਿਆ। ਉਹਨਾਂ ਦੇ ਨਾਲ ਗੁਰਚਾਲ ਭੇਖੀ ਸੀਗਾ ਵੀ, ਇਹਨਾਂ ਵਾਂਗ ਵਧੀਆ ਕਹਾਣੀ ਲਿਖਦਾ ਸੀ ਉਹ ਸੀ। ਠੀਕ ਹੈ ਜੀ। ਅੱਛਾ ਨਾਂ ਸੀਗਾ ਵੀ, ਉਹਨਾਂ ਨੂੰ ਨਾਲ ਲੈ ਗਿਆ। ਠੀਕ ਹੈ। ਉੱਥੇ ਲੈ ਕੇ ਰਹੇ, 1-2 ਦਿਨ ਰਹਿ ਕੇ ਸਾਰੀਆਂ ਗੱਲਾਂ ਬਾਤਾਂ ਹੋਈਆਂ ਵੀ। ਸ਼ੋਭਾ ਦੇ ਪਿਤਾ ਸੀ ਜਿਹੜੇ, ਉਹ ਬੜੇ ਸੱਚੇ ਸੁੱਚੇ ਬੰਦੇ ਸੀ। ਅੱਛਾ ਜੀ। ਉਹ ਕੋਈ ਓਲਾ ਜਾਂ ਲੁਕ ਲਪੇਟ ਨਹੀਂ ਸੀ ਕਰਦੇ। ਉਹਨਾਂ ਨੇ ਕਿਹਾ ਵੀ ਤੁਸੀਂ ਕਾਕਾ ਜੀ ਵੀ ਇਹ ਜਿਹੜੀ ਮੇਰੀ ਲੜਕੀ ਹੈ ਬਹੁਤ ਜਿੱਦੀ ਹੈ। ਅੱਛਾ ਜੀ। ਹਾਂ। ਇਹਦੇ ਨਾਲ ਅਸੀਂ ਤਾਂ ਕੱਟੇ ਜਾਣਾ, ਤੁਹਾਤੋਂ ਨਹੀਂ ਕੱਟਿਆ ਜਾਂਦਾ, ਫਿਰ ਪਿੱਛੋਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਤੁਸੀਂ ਹੁਣ ਸੋਚ ਲਓ। ਅੱਛਾ ਅੱਛਾ। ਉਦੋਂ ਬਾਅਦ ਤੁਸੀਂ ਜ਼ਿੰਮੇਵਾਰ ਹੋ। ਅੱਛਾ ਜੀ। ਅਣਖੀ ਨੇ ਵੀ ਇਹ ਗੱਲ ਮੈਨੂੰ ਆਪ ਦੱਸੀ ਕਿ ਵੀ ਹਾਸੀ ਵਾਲੀਆਂ ਗੱਲਾਂ ਵੀ ਕਰ ਲੈਂਦੇ ਸੀ। ਉਹ ਕਹਿੰਦਾ ਹੁਣ ਮੈਂ ਉਹਨਾਂ ਨੂੰ ਕੀ ਦੱਸਦਾ ਕਿ ਵੀ ਇਸ ਵੇਲੇ ਜਿਹੜਾ ਮੇਰਾ ਅੰਦਰਲਾ ਮਨ ਹੈ ਉਹ ਕੀ ਹੈ। ਉਹ ਕਹਿੰਦੇ ਹੁਣ ਕਿ ਮੇਰੀ ਤਾਂ ਸੋਚ ਇਸ ਵੇਲੇ ਬਣੀ ਵੀ ਸੀ ਵੀ ਉਹ ਸਕੂਲ ਪੱਧਰ ਦੀ ਪੜ੍ਹਾਈ ਕੀਤੀ ਹੋਵੇ, ਉਮਰ 'ਚ ਮੈਥੋਂ ਬਹੁਤੀ ਛੋਟੀ ਨਾ ਹੋਵੇ, ਹੋਰ ਕੋਈ ਸ਼ਰਤ ਨਹੀਂ ਕੱਲੀ ਨਬਜ ਜਲਦੀ ਹੋਵੇ। ਕੀ ਬਾਤ ਹੈ। ਬਿਲਕੁਲ। ਉਦੋਂ ਬਾਅਦ ਫਿਰ ਸਾਡਾ ਜਿਹੜਾ ਵੀ ਹੱਸਣ ਖੇਡਣ ਦਾ ਮਨ ਬਣਾ ਸੀ ਹੋਰ, ਤੇ ਅਣਖੀ ਸਾਹਿਬ ਨਬਜ ਚੱਲੀ ਜਾਂਦੀ ਹੈ। ਅੱਛਾ ਜੀ। ਹਾਂ ਵੀ ਚੱਲੀ ਜਾਂਦੀ ਹੈ, ਬਿਲਕੁਲ ਠੀਕ ਚੱਲੀ ਜਾਂਦੀ ਹੈ। ਠੀਕ ਹੈ। ਅਸੀਂ ਉਹ ਹੱਸਦੇ ਖੇਡਦੇ ਰਹਿੰਦੇ। ਇੱਥੋਂ ਤੱਕ ਜਦੋਂ ਸ਼ੋਭਾ ਪਾਟਿਲ ਦਾ ਇੱਥੇ ਘਰੇ ਆਉਣਾ ਹੋਇਆ, ਉਹਦੇ ਨਾਲ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਰੰਗ ਆਏ। ਠੀਕ ਹੈ ਜੀ। ਉਦੋਂ ਵੀ ਅਕਸਰ ਕਹਿੰਦੇ ਹੁੰਦੇ ਸੀ ਕਿ ਵੀ ਉਹ ਦਿਨ ਮੇਰੇ ਵਾਸਤੇ ਇਹ ਸੀ ਕਿ ਜਿਵੇਂ ਇੱਕ ਜਿਹੜਾ ਦਿਨ ਹੈਗਾ ਉਹ ਘੰਟੇ ਵਾਂਗ ਲੰਘਦਾ ਹੋਵੇ। ਕੀ ਬਾਤ ਹੈ। ਹਾਂ। ਉਹਨਾਂ ਦੀ ਮਤਲਬ ਸੁਭਾਅ ਇਸ ਤਰ੍ਹਾਂ ਸੀਗਾ ਕਿ ਸ਼ੋਭਾ ਪਾਟਿਲ ਦੀ ਜਿਹੜੀ ਸੀ ਹਰ ਖੁਸ਼ੀ ਪੂਰੀ ਕਰਦੇ ਸੀਗੇ। ਉਹਨਾਂ ਸਮੇਂ ਵਿੱਚ ਅਧਿਆਪਕ ਸੀ ਜਿਹੜੇ, ਉਹ ਆਪਦੀਆਂ ਘਰ ਵਾਲੀ ਨੂੰ ਸਿਨੇਮੇ ਸੀ ਲੈ ਕੇ ਜਾਂਦੇ, ਤੇ ਸ਼ੋਭਾ ਪਾਟਿਲ ਦੀ ਸਿਨੇਮਾ ਦੇਖਣ ਦੀ ਜਿਹੜੀ ਮਤਲਬ ਇੱਛਾ ਸੀਗੀ, ਉਹ ਹਰ ਹਫ਼ਤੇ ਫਿਲਮ ਦੇਖਦੇ ਤੇ ਹਫ਼ਤੇ ਜਾਂ 2 ਫਿਲਮਾਂ ਵੀ ਦੇਖਦੇ। ਮਤਲਬ ਪੂਰਨ ਤੌਰ ਤੇ ਉਹਨਾਂ ਦੀ ਉਹ ਇੱਛਾ ਪੂਰੀ ਕੀਤੀ। ਸਾੜੀਆਂ ਬੜੀਆਂ ਮਹਿੰਗੀਆਂ ਲੈਣ ਦੀ ਆਸ ਸੀ ਸ਼ੋਭਾ ਪਾਟਿਲ ਨੂੰ। ਹਾਂਜੀ। 100 ਦੀ ਬਜਾਏ ਉਹ ਕਈ ਵਾਰੀ ਹਜ਼ਾਰਾਂ ਹੀ ਸਾੜੀ ਵੀ ਲੈ ਲੈਂਦੇ। ਵੀ ਅਣਖੀ ਕਹਿੰਦਾ ਸੀ ਵੀ ਨਹੀਂ ਯਾਰ, ਫਿਰ ਹੀ ਮੇਰੇ ਜੀਵਨ ਦੇ ਵਿੱਚ ਇਸ ਔਰਤ ਕਰਕੇ ਬਹਾਰ ਆਈ ਹੈਗੀ। ਇਹ ਬਹਾਰ ਦਾ ਮੈਂ ਇੱਕ ਵੀ ਜਿਹੜਾ ਪੱਤਾ ਸੁੱਕ ਨਹੀਂ ਦੇਣਾ ਚਾਹੁੰਦਾ। ਤੇ ਉੱਦਾਂ ਪਰ ਉਹ ਅਹਿਸਾਸ ਵੀ ਕਰਾਉਂਦੇ ਆ, ਸ਼ੋਭਾ ਆਪਣੀ ਇੰਨੀ ਕੁ ਪੈਨਸ਼ਨ ਹੈ, ਇੰਨੇ ਕੁ ਪਿੰਡੋਂ ਜ਼ਮੀਨ ਦੇ ਪੈਸੇ ਹਿੱਸੇ ਠੇਕੇ ਦੇ ਆਉਂਦੇ ਆ, ਅਹਿਸਾਸ ਕਰਾਉਂਦੇ ਰਹਿੰਦੇ ਵੀ ਉਹਨਾਂ ਨੂੰ ਹੋੜਦੇ ਨਹੀਂ ਸੀ। ਉਹਨਾਂ ਨੂੰ ਮਤਲਬ ਇਹ ਹੋ ਵੀ ਇਹ ਖਰਚੇ ਆਪ ਘਟਾ ਦੇ। ਬਿਲਕੁਲ। ਹਾਂ। ਇਹਨਾਂ ਦਾ ਜਿਹੜਾ ਸੀਗਾ ਵੀ ਇਹ ਕਹਿਣਾ ਵੀ ਅਰਥ ਵੀ ਰੱਖਦਾ ਸੀ, ਤੇ ਉਹ ਅਰਥ ਲੈ ਕੇ ਵੀ ਆਇਆ। ਕੀ ਬਾਤ। ਹਾਂ। ਇਸ ਕਰਕੇ ਸ਼ੋਭਾ ਦੇ ਆਉਣ ਤੋਂ ਬਾਅਦ ਉਹਨਾਂ ਦੇ ਜੀਵਨ ਦੇ ਵਿੱਚ ਸਥਿਰਤਾ ਹੌਲੀ ਹੌਲੀ ਆਉਣ ਲੱਗੀ। ਉਸ ਸਥਿਰਤਾ ਕਾਰਨ ਹੀ ਜਿਹੜਾ ਬਹੁਤ ਹੀ ਮਸ਼ਹੂਰ ਨਾਵਲ ਕੋਠੇ ਖੜਕਣ
ਉਹਨਾਂ ਨੇ ਲਿਖਿਆ ਸਾਹਿਤ ਅਕੈਡਮੀ ਦਾ ਇਨਾਮ ਵੀ ਮਿਲਿਆ ਇਨਾਮ ਵੀ ਮਿਲਿਆ। ਉਸ ਪਿੱਛੋਂ ਦੁੱਲੇ ਦੀ ਢਾਬ ਲਿਖਿਆ ਨਾਵਲ, ਉਹ ਵੀ ਇਸ ਟੱਕਰ ਦੇ ਨਾਵਲ ਨੇ। ਹਾਂ ਇੱਕ ਨਾਵਲ ਮਤਲਬ ਹੋਰ ਸੀਗਾ, ਉਹ ਵੀ ਬੜਾ ਪ੍ਰਸਿੱਧ ਹੋਇਆ ਉਹ, ਹੈ ਜੀ, ਵੀ ਉਹ ਵੱਡਕਾਰੀ ਨਾਵਲ ਸੀਗਾ। ਠੀਕ ਹੈ। ਉਹਦੇ ਬਾਰੇ ਇੱਕ ਹਿੰਦੀ ਦੇ ਪ੍ਰੋਡਿਊਸਰ ਸੀ ਜਿਹੜੇ, ਹਾਂਜੀ, ਉਹ ਆਪ ਅਣਖੀ ਸਾਹਿਬ ਦੇ ਘਰੇ ਚੱਲ ਕੇ ਆਏ। ਬਿਲਕੁਲ। ਇੱਕ ਚੌਹਾਨ ਸਾਹਿਬ ਪ੍ਰਤਾਪੀ ਨਾਵਲ ਦਾ ਵੀ ਜ਼ਿਕਰ ਹਾਂ ਹੈ। ਹਾਂ, ਉਹ ਪ੍ਰਤਾਪੀ ਨਾਵਲ ਸੀ। ਠੀਕ ਹੈ। ਪ੍ਰਤਾਪੀ ਤੇ ਹੀ ਉਹ ਸੀਰੀਅਲ ਬਣਿਆ। ਅੱਛਾ ਹੈ ਜੀ। ਉਹਦੇ ਤੇ ਉਹਨਾਂ ਨੇ ਕਾਫੀ ਮਤਲਬ ਕਿਹਾ ਵੀ ਅਸੀਂ ਇੰਨੇ ਜਿਹੜੇ ਹੈਗੇ ਇਹਦੇ ਐਪੀਸੋਡ ਬਣਾਵਾਂਗੇ। ਅੱਛਾ ਜੀ। ਉਹਨਾਂ ਦੇ 6500 ਰੁਪਈਆ ਇੱਕ ਐਪੀਸੋਡ ਦਾ ਤੈਅ ਹੋਇਆ। ਇੱਕ ਐਪੀਸੋਡ ਹਾਂ। ਕੀ ਬਾਤ। ਅਣਖੀ ਸਾਹਿਬ ਕਹਿੰਦੇ ਹੁੰਦੇ ਯਾਰ ਮੈਂ ਤਾਂ ਹੁੱਬ ਕੇ ਪੈਸੇ ਮੰਗੇ, ਜੇ ਮੈਂ 10,000 ਹੁੰਦਾ 10 ਵੀ ਦੇ ਦਿੰਦੇ, ਫਿਰ ਹੋਰ ਹੱਸਦੇ ਹੁੰਦੇ। ਉਹ ਕਹਿੰਦਾ ਯਾਰ ਸਾਨੂੰ ਤਾਂ ਕਿਸੇ ਨੇ 100 'ਚ ਨਹੀਂ ਸੀ ਪੁੱਛਿਆ, ਹਜ਼ਾਰਾਂ ਵਾਲੇ ਆਏ ਤੇ ਮੇਰੇ ਤੋਂ ਸਸਤਾ ਸੌਦਾ ਹੋ ਗਿਆ। ਕੀ ਬਾਤ ਹੈ। ਤੇ ਉਹ ਹੱਸ ਕੇ ਸਾਰਾ ਜਿਹੜਾ ਮਨ ਦੀ ਗੱਲ ਸੀਗੀ ਆਈ ਗਈ ਕਰਦੇ ਸੀ, ਪਰ ਅੰਦਰ ਕਿਸੇ ਨਾ ਕਿਸੇ ਨੁੱਕਰ ਦੇ ਵਿੱਚ ਉਹਨਾਂ ਦੀ ਗੱਲ ਪਿੱਛੋਂ ਵੀ ਪਈ ਰਹੀ ਯਾਰ ਜੇ ਮੈਂ ਪੈਸੇ ਹੋਰ ਮੰਗ ਲੈਂਦਾ ਬਿਲਕੁਲ ਉਹ ਪੈਸੇ ਮਿਲਦੇ ਰਹਿੰਦੇ। ਹਾਂ, ਇਸ ਕਰਕੇ ਜਿਹੜੀ ਸ਼ੋਭਾ ਪਾਟਲ ਸੀ ਉਹ ਹਿੰਦੀ ਸਾਹਿਤ ਬਹੁਤ ਪੜ੍ਹਿਆ ਹੋਇਆ ਸੀ। ਅੱਛਾ ਜੀ। ਆਪਦੀ ਭਾਸ਼ਾ ਦਾ ਮਹਾਰਾਸ਼ਟਰ ਦਾ ਸਾਹਿਤ ਹੀ ਪੜ੍ਹਦੇ ਸੀ। ਠੀਕ ਹੈ ਜੀ। ਉਹਨਾਂ ਨੂੰ ਜਿਹੜੀ ਰਚਨਾ ਦੇ ਪੱਧਰ ਦਾ ਪਤਾ ਹੁੰਦਾ ਸੀ। ਠੀਕ ਹੈ ਜੀ। ਹਾਂ, ਪੱਧਰ ਦਾ ਪਤਾ ਹੁੰਦਾ ਸੀ। ਹਰ ਰਚਨਾ ਦੇ ਵਿੱਚ ਉਹਨਾਂ ਨੂੰ ਮਤਲਬ ਸ਼ਾਰਟ ਤੌਰ ਤੇ ਕਹਾਣੀ ਜਿਹੜੇ ਸੀ ਅਣਖੀ ਸਾਹਿਬ ਸੁਣਾਉਂਦੇ ਸੀ। ਉਹਨੂੰ ਸੁਣ ਕੇ ਫਿਰ ਕਹੇ ਵੀ ਇਹ ਤਾਂ ਗੱਲ ਨਹੀਂ ਹੋ ਸਕਦੀ, ਹਾਂਜੀ, ਇਹਨੂੰ ਇਸ ਤਰ੍ਹਾਂ ਐਂ ਕਰੋ, ਇਹਨੂੰ ਇਸ ਤਰ੍ਹਾਂ ਸਹਿਯੋਗ ਰਿਹਾ ਪੂਰਾ ਐਂ ਕਰੋ। ਹਾਂ ਹਾਂ, ਵੀ 1 2 3 ਤਾਂ ਨਾਵਲ ਉਹਨਾਂ ਨੇ ਉਹਨਾਂ ਨੂੰ ਕਹਿ ਕੇ ਵੀ ਲਿਖਾਓ, ਤੁਸੀਂ ਆਹ ਵਿਸ਼ੇ ਤੇ ਲਿਖੋ। ਕੀ ਬਾਤ ਹੈ। ਹਾਂ, ਉਹਨਾਂ ਨੇ ਨਾਵਲ ਲਿਖਾਏ। ਇਸ ਕਰਕੇ ਜਿਹੜੇ ਸ਼ੋਭਾ ਦੀ ਜਿਹੜੀ ਜ਼ਿੰਦਗੀ ਹੈਗੀ ਉਹ ਉਹਨਾਂ ਦੇ ਵਿੱਚ ਮਤਲਬ ਉਹਦੇ ਵਿੱਚ ਅਣਖੀ ਸਾਹਿਬ ਦੀ ਜ਼ਿੰਦਗੀ ਨੂੰ ਉਹਨਾਂ ਨੇ ਇਸ ਤਰ੍ਹਾਂ ਰੰਗ ਭਰਿਆ ਵੀ ਇੱਕ ਜਿਹੜਾ ਹਜੇ ਸਥਾਨਕ ਤੌਰ ਤੇ ਪੰਜਾਬ ਲੈਵਲ ਦਾ ਲੇਖਕ ਅਣਖੀ ਸਮਝ ਜਾਂਦਾ ਸੀ, ਉਹਨਾਂ ਦੇ ਕਰਕੇ ਦੇਸ਼ ਵਿਦੇਸ਼ਾਂ ਦਾ ਲੇਖਕ ਬਣਿਆ ਉਹ। ਕੀ ਬਾਤ। ਹਿੰਦੀ ਦੇ ਵਿੱਚ ਹੀ ਬਹੁਤ ਫੈਲੇ। ਹਾਂਜੀ ਹਾਂ, ਉਹਨਾਂ ਦੀ ਪਰ ਜਿਹੜੀ ਇੱਕ ਇੱਛਾ ਜਿਹੜੀ ਬਹੁਤ ਮਾੜੀ ਸੀ। ਹਾਂਜੀ ਹਾਂਜੀ, ਉਹ ਹਮੇਸ਼ਾ ਇਹੀ ਚਾਹੁੰਦੇ ਹੁੰਦੇ ਸੀ ਮੈਂ ਵੀ ਸ਼ੋਭਾ ਪਾਟਲ ਤੋਂ ਪਹਿਲਾਂ ਮਰਾਂ। ਅੱਛਾ। ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਔਰਤ ਦਾ ਬੰਦੇ ਮੇਰਾ ਬਣਦਾ ਕੁਛ ਨਹੀਂ, ਹਜੇ ਮੈਂ ਦੁੱਖ ਝੱਲ ਲੂੰ, ਇਹ ਤੋਂ ਦੁੱਖ ਝੱਲੇ ਨਹੀਂ ਜਾਣੇ। ਕੀ ਬਾਤ। ਹਾਂ, ਇਹ ਉਹਨਾਂ ਦੀ ਭਾਵੇਂ ਇੱਛਾ ਪੂਰੀ ਹੋਈ ਉਂਝ, ਪਰ ਜਿਹੜੀ ਸ਼ੋਭਾ ਪਾਟਲ ਦਾ ਅਸੀਂ ਜੋ ਪਿੱਛੋਂ ਹਾਲ ਦੇਖਿਆ, ਆਰਥਿਕ ਪੱਖੋਂ ਕੋਈ ਉਹਨਾਂ ਨੂੰ ਕਮਜ਼ੋਰੀ ਨਹੀਂ ਸੀ। ਅੱਛਾ। ਆਰਥਿਕ ਪੱਖੋਂ ਤਾਂ ਉਹਨਾਂ ਦਾ ਕਾਕਾ ਬੜਾ ਖਿਆਲ ਰੱਖਦਾ ਸੀ ਕ੍ਰਾਂਤੀਪਾਲ। ਹਾਂਜੀ, ਉਹਨਾਂ ਨੂੰ ਹਰ ਪੱਖੋਂ ਮਤਲਬ ਸੀਗਾ ਵੀ ਖੁਸ਼ੀ ਰਹਿਣ ਜਾਂ ਸੁਖ ਰਹਿਣ, ਇਹ ਵੀ ਇਹਨਾਂ ਦੇ ਵੀ ਜਾਂ ਨਿਰਾਸ਼ ਨਾ ਕਿਸੇ ਵੇਲੇ ਹੋਣ। ਉਂਝ ਪਰ ਵੀ ਉਮੀਦਾਂ ਜਿਵੇਂ ਲਾਈਆਂ ਸੀ ਵੀ ਸੁੱਖ ਉਹਨਾਂ ਦੇ ਘਰੇ ਸੀ ਜਾਂ ਪੈਸੇ ਕਿਵੇਂ ਸੀ, ਉਹ ਬਹੁਤ ਸਾਲ ਕੱਟਣਗੇ, ਉਹ ਪਰ ਬਹੁਤਾ ਚਿਰ ਉਹ ਕੱਟ ਨਹੀਂ ਸਕੇ। ਅਸਲ ਚ ਚੌਹਾਨ ਸਾਹਿਬ ਪੈਸੇ ਨਾਲ ਖਰੀਦਿਆ ਵੀ ਨਹੀਂ ਜਾ ਸਕਦਾ। ਪਿਆਰ ਸਨੇਹ ਕਿੱਥੇ ਚੀਜ਼ਾਂ ਲੱਭਦੀਆਂ ਨੇ। ਪੈਸਾ ਹੋਰ ਹੈ, ਜਿਹੜਾ ਪੈਸਾ ਤਾਂ ਇੱਕ ਧਨ ਹੈ ਜਿਹਦੇ ਨਾਲ ਕੋਈ ਚੀਜ਼ ਖਰੀਦ ਸਕਦੇ ਹਾਂ। ਹੁਣ ਪੈਸੇ ਨਾਲ ਰਿਸ਼ਤੇ ਨਹੀਂ ਨਾ ਮਿਲਦੇ। ਕੀ ਬਾਤ ਹੈ। ਅਸੀਂ ਇਹ ਪੈਸੇ ਸਿਰ ਤੇ ਰਿਸ਼ਤੇ ਬਣਾਉਣੇ ਵੀ ਆ ਜਾਂ ਰਿਸ਼ਤੇ ਮਤਲਬ ਬਣਾਉਣ ਦਾ ਯਤਨ ਕਰਦੇ ਹਾਂ, ਉਹ ਕਦੇ ਵੀ ਸਾਰਥਕ ਸਿੱਧ ਨਹੀਂ ਹੁੰਦੇ। ਤੇ ਆਦਮੀ ਹੈ ਤੇ ਪੈਸਾ ਹੈ। ਇਹ ਵੱਖਰੀ ਗੱਲ ਹੈ ਕਿ ਇਹਨਾਂ ਦੀ ਸਾਂਝ ਆਪਸ ਵਿੱਚ ਹੈਗੀ ਹੈ ਤੇ ਉਂਝ ਪਰ ਨਹੀਂ। ਹਾਂ, ਆਪਾਂ ਕਹਿ ਸਕਦੇ ਹਾਂ ਕਿ ਵੀ ਉਹ ਸਮਾਂ ਬਹੁਤ ਹੀ ਬਲਵਾਨ ਹੋਊਗਾ ਜਦੋਂ ਕਿ ਉਹਨਾਂ ਨੇ ਪਹਿਲੀ ਚਿੱਠੀ ਅਣਖੀ ਸਾਹਿਬ ਨੂੰ ਲਿਖੀ ਕਿ ਮੈਂ ਤੁਹਾਡੇ ਬੱਚੇ ਸੰਭਾਲਣਾ ਚਾਹੁੰਦਾ। ਸਮਰਪਿਤ ਹੋਣਾ ਚੌਹਾਨ ਸਾਹਿਬ ਇੱਕ ਅਨਮੈਰਿਡ ਨੇ ਇਹ ਗੱਲ ਜ਼ਾਹਿਰ ਕਰ ਦੇਣੀ ਕਿ 4 ਬੱਚੇ ਮੈਂ ਪਾਲਾਂਗੀ। ਕਿੰਨਾ ਉਹਨੇ ਆਪਣੇ ਆਪ ਨੂੰ ਉਹਨਾਂ ਦੀ ਲੇਖਣੀ ਨੂੰ ਸਮਰਪਿਤ ਹੋ ਕੇ ਸਵਾਲ ਰੱਖੇ। ਅਣਖੀ ਸਾਹਿਬ ਨੇ ਵੀ ਉਹਨਾਂ ਦੀ ਜਿਹੜੀ ਇਹ ਸੋਚ ਸੀ ਉਹਨਾਂ ਦੇ ਜੀਵਨ 'ਚ ਆਉਣ ਦੀ, ਉਹਦੀ ਕੋਈ ਕਮੀ ਨਹੀਂ ਖਤਮ ਦਿੱਤੀ। ਅਣਖੀ ਸਾਹਿਬ ਕੋਲ ਕਮਾਈ ਬੜੀ ਪਿੱਛੋਂ ਹੋਣ ਲੱਗੀ ਸੀ, ਪੂਰੀ ਕਦਰ ਕੀਤੀ ਉਹਨਾਂ ਦੇ ਪਿਆਰ ਦੀ। ਹਾਂ, ਉਹ ਅਹਿਸਾਸ ਜ਼ਰੂਰ ਕਰਵਾਉਂਦੇ ਸੀ ਆਪਣੇ ਇੰਨੀ ਕਮਾਈ ਆ ਹੋਰ ਵਗੈਰਾ ਵਗੈਰਾ, ਉਹ ਸਿਰੇ ਨਹੀਂ ਸੀ ਜਾਂਦੇ। ਹਾਂਜੀ, ਅਕਸਰ ਜਿਹੜੀ ਸ਼ੋਭਾ ਦਾ ਸੁਭਾਅ ਜਿਹੜਾ ਉਹਨਾਂ ਦੇ ਸਹੁਰਾ ਸਾਹਿਬ ਨੇ ਕਿਹਾ ਸੀ ਜਿੱਦੀ ਲੜਕੀ ਹੈ, ਉਹ ਜਿੱਦ ਦਾ ਉਹਨਾਂ ਨੇ ਇੰਨੇ ਕੁ ਮਤਲਬ ਅਰਥ ਕੱਢ ਲਏ ਸੀ ਵੀ ਇਹ 2 ਮਿੰਟ ਦਾ ਗੁੱਸਾ ਹੈ ਤੇ 2 ਮਿੰਟ ਮੈਂ ਚੁੱਪ ਕਿਵੇਂ ਰਹਿਣਾ। ਉਹਨੇ ਬੋਲਣਾ ਹੀ ਬੋਲਣਾ, ਪੌਣੇ 2 ਮਿੰਟ ਨਹੀਂ ਹੋ ਸਕਦੇ। ਇਸ ਕਰਕੇ ਉਹਨਾਂ ਦਾ ਜੀਵਨ ਜਿਹੜਾ ਸੀਗਾ ਇਹ ਸਾਰਾ ਲੰਘਿਆ। ਆਪਾਂ ਅੰਤ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਉਹਦੇ ਜੀਵਨ ਦੇ ਸ਼ੋਭਾ ਪਾਟਲ ਜੇ ਨਾ ਆਉਂਦੀ, ਉਹ ਜਿਹੜੇ ਪੱਧਰ ਦੇ ਅੱਜ ਲੇਖ ਕੇ ਜਾਣੇ ਜਾਂਦੇ ਆ, ਪਛਾਣੇ ਜਾਂਦੇ, ਧੰਨਵਾਦ ਹੋ ਰਿਹਾ ਹੈ। ਇਹ ਸਭ ਕੁਝ ਹੋਣਾ ਤਾਂ ਸੀ ਪਰ ਇਹਨਾਂ ਨਹੀਂ ਸੀ ਹੋਣਾ। ਕੀ ਬਾਤ। ਦੋਸਤੋ, ਇਹ ਸਨ ਰਾਮ ਸਰੂਪ ਅਣਖੀ ਦੇ ਜੀਵਨ ਦੇ ਇੱਕ ਪਾਰਟ ਦੀਆਂ ਅਸੀਂ ਗੱਲਾਂ ਕੀਤੀਆਂ ਤੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਜਾਂ ਇਹਨਾਂ ਦੇ ਅਗਲੇ ਪਾਰਟ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।